ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਵਿੱਚ ਇੱਕ ਅਹਿਮ ਘਟਨਾ ਖਾਲਸਾ ਪੰਥ ਦੀ ਸਿਰਜਣਾ ਜਾਂ ਅੰਮ੍ਰਿਤ ਛਕਣਾ ਜਾਂ ਖਾਲਸਾ ਪ੍ਰਗਟ ਕਰਨਾ, ਜੋ 1699 ਈਸਵੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਕਈ ਗ੍ਰੰਥਕਾਰ ਸਨ ਸੰਮਤ ਕੁਝ ਹੋਰ ਲਿਖਦੇ ਨੇ, ਪਰ ਇਸ ਦੇ ਉੱਤੇ ਅਲੱਗ-ਅਲੱਗ ਕਵੀਆਂ ਨੇ ਅਲੱਗ-ਅਲੱਗ ਵਿਚਾਰਾਂ ਲਿਖੀਆਂ। ਸਮਕਾਲੀ ਕਵੀ ਇੱਕੋ ਹੀ ਹੋਇਆ, ਕਵੀ ਸੈਨਾਪਤ। ਕਵੀ ਸੈਨਾਪਤ ਨੇ ਜੋ ਲਿਖਿਆ ਅਸੀਂ ਆਖਰ ਵਿੱਚ ਉਸ ਨੂੰ ਜਾਣਾਂਗੇ, ਪਰ ਕਿਉਂਕਿ ਸਿੱਖ ਧਰਮ ਵਿੱਚ ਕਰਾਮਾਤ ਨੂੰ ਲਿਆਉਣ ਵਾਲੇ ਜਿਹੜੇ ਬੰਦੇ ਨੇ, ਉਹਨਾਂ ਨੇ ਅੱਡੀਆਂ ਚੁੱਕ ਕੇ ਜ਼ੋਰ ਲਾਇਆ ਹੋਇਆ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਜਿਉਂਦੇ ਨਹੀਂ ਰਹਿਣ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜੜ ਤੋਂ ਖਤਮ ਕਰਨਾ। ਇਸ ਕਰਕੇ ਉਹ ਕੁਛ ਨਾ ਕੁਛ ਕਹਾਣੀਆਂ ਬਣਾ ਕੇ, ਢੁੱਚਰਾਂ ਢਾਹ ਕੇ ਔਰ ਸਾਨੂੰ ਵਾਰ-ਵਾਰ ਕੁਛ ਨਾ ਕੁਛ ਭੁਲੇਖੇ ਵਿੱਚ ਪਾਉਂਦੇ ਨੇ। ਇੱਕ ਕਬੀਰ ਨੇ ਹਰਜਿੰਦਰ ਸਿੰਘ ਕਮਲ, ਉਹਨਾਂ ਨੇ ਹੁਣ ਇੱਕ ਨਵੀਂ ਕਾਢ ਕੱਢੀ ਹੈ ਔਰ ਉਹਨਾਂ ਦੀ ਕਾਢ ਜੋ ਹੈ ਅੱਜ ਸਾਡੇ ਧਾਰਮਿਕ ਦੀਵਾਨਾਂ ਦੇ ਵਿੱਚ ਬਹੁਤ ਪ੍ਰਚਲਿਤ ਹੈ। ਉਹ ਸਾਰੇ ਹੀ ਗ੍ਰੰਥਾਂ ਨੂੰ ਰੱਦ ਕਰਕੇ ਇੱਕ ਗੁੰਮਨਾਮ ਕਵੀ, ਜਿਸ ਦਾ ਇਹ ਨਹੀਂ ਪਤਾ ਕਿ ਉਹ ਪੈਦਾ ਕਦੋਂ ਹੋਇਆ, ਉਹ ਮਰਿਆ ਕਦੋਂ, ਪਰ ਇੱਕ ਗੁੰਮਨਾਮ ਕਵੀ ਨੂੰ, ਉਸ ਦੀ ਗੁੰਮਨਾਮ ਕਿਤਾਬ ਨੂੰ ਚੁੱਕ ਕੇ ਔਰ ਸਾਡੇ ਵਿੱਚ ਇੱਕ ਨਵਾਂ ਖਿਆਲ ਪ੍ਰਚਲਿਤ ਕੀਤਾ ਜਾ ਰਿਹਾ। ਇੱਕ ਗੱਲ ਸਾਡੀ ਬੜੀ ਹੋਰ ਦੁੱਖ ਦੀ ਰਗ ਹੈ, ਉਹ ਇਹ ਹੈ ਕਿ ਸਾਨੂੰ ਜੇ ਠੇਠ ਗੁਰਮੁਖੀ ਵਿੱਚ, ਪੰਜਾਬੀ ਵਿੱਚ ਕੁਝ ਲਿਖਿਆ ਹੋਵੇ, ਉਸ 'ਤੇ ਅਸੀਂ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ, ਪਰ ਉਹੀ ਗੱਲ ਅਗਰ ਬ੍ਰਿਜ ਭਾਸ਼ਾ ਵਿੱਚ ਕੁਝ ਲਿਖਿਆ ਹੋਵੇ, ਭਾਵੇਂ ਗਲਤ ਹੋਵੇ, ਜਾਂ ਉਰਦੂ ਵਿੱਚ ਲਿਖਿਆ ਹੋਵੇ, ਜਾਂ ਫਾਰਸੀ ਵਿੱਚ ਲਿਖਿਆ ਹੋਵੇ, ਜਾਂ ਕਿਸੇ ਹੋਰ ਮੁਸਲਮਾਨ ਜਾਂ ਈਸਾਈ ਨੇ ਗੱਲ ਅੰਗਰੇਜ਼ ਨੇ ਕਹੀ ਹੋਵੇ, ਅਸੀਂ ਉਸ ਨੂੰ ਬਹੁਤ ਤਵੱਜੋ ਦਿੰਦੇ ਹਾਂ, ਉਸ ਵੱਲ ਬਹੁਤ ਧਿਆਨ ਰੱਖਦੇ ਹਾਂ ਔਰ ਉਸ ਨੂੰ ਪ੍ਰਮਾਣਿਕ ਮੰਨ ਲੈਂਦੇ ਹਾਂ ਕਿ ਦੇਖੋ ਜੀ ਮੁਸਲਮਾਨ ਵੀ ਇੰਝ ਕਹਿ ਰਹੇ ਨੇ, ਦੇਖੋ ਜੀ ਅੰਗਰੇਜ਼ ਵੀ ਇੰਝ ਕਹਿ ਰਹੇ ਨੇ, ਦੇਖੋ ਜੀ ਫਲਾਨੀ ਕਿਤਾਬ ਵਿੱਚ ਇੰਝ ਲਿਖਿਆ ਹੋਇਆ। ਅੱਜ ਜਿਸ ਕਿਤਾਬ ਦੀ ਮੈਂ ਵਿਚਾਰ ਕਰਨੀ ਆ, ਉਹ ਕਿਤਾਬ ਦਾ ਨਾਮ ਕੋਈ ਨਹੀਂ। ਇਹ ਦੱਸਿਆ ਜਾਂਦਾ ਕਿ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹ ਕਿਤਾਬ ਪਈ ਹੈ। ਉਹ ਕਿਤਾਬ ਕੀ ਹੈ, ਉਹਦਾ ਨਾਮ ਕੀ ਹੈ, ਕੁਝ ਪਤਾ ਨਹੀਂ। ਲਓ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ। ਕਵੀ ਲਿਖਦਾ ਕੀ ਹੈ, ਸਾਰੀ ਭੂਮਿਕਾ ਬੰਨ੍ਹ ਕੇ ਸਾਰੇ ਪੁਰਾਣੇ ਜਿਹੜੇ ਸਾਡੇ ਕੋਲ ਗ੍ਰੰਥ ਪੋਥੀਆਂ ਹੈਗੀਆਂ, ਉਹਨਾਂ ਨੂੰ ਰੱਦ ਕਰਕੇ ਇਹ ਫੈਸਲਾ ਕਰ ਦਿੰਦਾ ਕਿ ਕਿਸੇ ਨੂੰ ਵੀ ਅਸਲੀ ਘਟਨਾ ਦਾ ਕੁਝ ਪਤਾ ਨਹੀਂ, ਕੋਈ ਚਸ਼ਮਦੀਦ ਗਵਾਹ ਨਹੀਂ ਹੈ। ਤਾਂ ਉਹਦਾ ਹੱਲ ਕੀ ਕੱਢਦਾ ਹੈ, ਸਾਨੂੰ ਜਿਹੜਾ ਅੱਖੀਂ ਡਿੱਠਾ ਹਾਲ ਹੈ, ਉਹ ਸਾਨੂੰ ਰਾਮਗੜੀਆ ਇਤਿਹਾਸ ਰਚਨਕਾਰ ਬਖਸ਼ੀ ਸਿੰਘ ਆਦਿਲ ਦੀ ਕਿਤਾਬ ਵਿੱਚੋਂ ਮਿਲਿਆ ਹੈ। ਇਸ ਨੇ ਉਰਦੂ ਦੀ ਇੱਕ ਕਿਤਾਬ, ਜਿਸ ਦਾ ਲਿਖਾਰੀ ਕੋਈ ਅਬੂਲ ਤੁਰਾਨੀ ਹੈ, ਕੋਈ ਅਬੂਲ ਤੁਰਾਨੀ। ਇਹ ਅਬੂਲ ਤੁਰਾਨੀ ਦੇ ਮਾਤਾ ਪਿਤਾ ਕੌਣ ਸਨ, ਇਹ ਕਿੱਥੇ ਪੈਦਾ ਹੋਇਆ, ਇਹ ਕਦੋਂ ਮਰਿਆ, ਇਹਦਾ ਕੋਈ ਥੋ ਪਤਾ ਨਹੀਂ। ਜਦੋਂ ਸਾਨੂੰ ਭੁਲੇਵੇ ਵਿੱਚ ਪਾਉਣਾ ਹੁੰਦਾ ਨਾ, ਰਾਹ ਤੋਂ ਭਟਕਾਉਣਾ ਹੁੰਦਾ, ਕੋਈ ਐਸੀ ਬਿਨਾਂ ਆਧਾਰ ਤੋਂ, ਬਿਨਾਂ ਸਿਰ ਪੈਰ ਤੋਂ ਕੋਈ ਕਹਾਣੀ ਕਿਤਿਓਂ ਲਿਆ ਕੇ ਕੱਢ ਮਾਰਨੀ ਆ, ਅਬੂਲ ਤੁਰਾਨੀ ਲਿਖ ਦਿੱਤਾ। ਉਹਦੀ ਕਿਤਾਬ ਦਾ ਨਾਮ ਨਹੀਂ, ਕੋਈ ਅਬੂਲ ਤੁਰਾਨੀ। ਲਓ ਜੀ ਸੁਣੋ,
ਅਤੇ ਇਹ ਕਿਤਾਬ ਅਲੀਗੜ੍ਹ ਯੂਨੀਵਰਸਿਟੀ ਵਿੱਚ ਪਈ ਦੱਸੀ ਦੀ ਹੈ। ਇਹ ਦੱਸਿਆ ਜਾਂਦਾ ਕਿ ਉੱਥੇ ਹੈ, ਅਸਾਂ ਕੋਈ ਨਹੀਂ ਦੇਖੀ, ਕਿਸੇ ਨੇ ਗੱਪ ਮਾਰ ਦਿੱਤੀ। ਮੰਨ ਲਓ ਅਬੂਲ ਤਰਾਨੀ ਕੋਈ ਹੋਵੇ ਵੀ, ਕਿਤਾਬ ਹੋਵੇ ਵੀ, ਪਰ ਜੇ ਉਹ ਗੁਰਮਤ ਨੂੰ ਰੱਦ ਕਰਦੀ ਹੈ, ਗੁਰੂ ਨਾਨਕ ਦੇ ਮਤ ਦੇ ਵਿਰੁੱਧ ਹੈ, ਅਸਾਂ ਉਸ ਅਬੂਲ ਤਰਾਨੀ ਤੋਂ ਕੀ ਲੈਣਾ, ਅਸਾਂ ਉਸ ਕਿਤਾਬ ਤੋਂ ਕੀ ਲੈਣਾ। ਤੋ ਆਓ, ਅਬੂਲ ਤਰਾਨੀ ਹੈ ਅਤੇ ਇਹ ਕਿਤਾਬ ਅਲੀਗੜ੍ਹ ਯੂਨੀਵਰਸਿਟੀ ਵਿੱਚ ਪਈ ਦੱਸੀ ਦੀ ਹੈ। ਵਿੱਚੋਂ ਇਹ ਵਾਕਿਆ ਆਪਣੀ ਕਿਤਾਬ ਵਿੱਚ ਦਰਜ ਕੀਤਾ ਹੈ, ਜੋ ਇਸ ਤਰ੍ਹਾਂ ਹੈ। ਕਿਸ ਨੇ ਕੀਤਾ? ਬਖਸ਼ੀ ਆਦਲ ਨੇ, ਜਿਹਨੇ ਰਾਮਗੜੀਆਂ ਦਾ ਇਤਿਹਾਸ ਲਿਖਿਆ। ਇਹ ਅਬੂਲ ਤੁਰਾਨੀ ਪਹਿਲਾਂ ਬ੍ਰਾਹਮਣ ਸੀ। ਹੁਣ ਇਹ ਦੇਖੋ ਭੂਮਿਕਾ, ਕਹਾਣੀ ਜਿੱਦਾਂ ਇਤਿਹਾਸਕ ਕਹਾਣੀਆਂ ਹੁੰਦੀਆਂ ਨਾ, ਉਵੇਂ ਇਹ ਕਹਾਣੀ ਬਣਾਈ, ਕਿਉਂਕਿ ਸਾਡੀ ਵਿੱਚ ਇੱਕ ਗੱਲ ਪੱਕੀ ਬੀਜਣੀ ਹੈ ਕਿ ਤੁਸੀਂ ਕਹਿੰਦੇ ਵੀ ਗਣੇਸ਼ ਉੱਤੇ ਹਾਥੀ ਦਾ ਸਿਰ ਕਿੱਦਾਂ ਲੱਗ ਸਕਦਾ। ਲਓ ਹੁਣ ਇੱਦਾਂ ਲਾਉਣਾ, ਹੁਣ ਤੁਸੀਂ ਸਿੱਖੋ, ਤੁਹਾਡੀ ਮੂੰਹ ਨੂੰ ਤਾਲੇ ਲੱਗ ਜਾਣੇ ਆ। ਜਿੱਦਾਂ ਹੁਣ ਤੁਸੀਂ ਆਹ ਕੰਮ ਕੀਤਾ ਨਾ, ਇੱਦਾਂ ਹੀ ਹਾਥੀ ਦਾ ਸਿਰ ਲੱਗਾ। ਸਾਡੇ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ। ਹੁਣ ਉਹ ਕੀ ਲਿਖਦਾ ਹੈ? ਇਹ ਅਬੂਲ ਤੁਰਾਨੀ ਪਹਿਲਾਂ ਬ੍ਰਾਹਮਣ ਸੀ, ਫਿਰ ਮੁਸਲਮਾਨ ਹੋ ਗਿਆ ਸੀ ਅਤੇ ਔਰੰਗਜ਼ੇਬ ਵੱਲੋਂ ਦਸ਼ਮੇਸ਼ ਜੀ ਦੇ ਦਰਬਾਰ ਵਿੱਚ ਬ੍ਰਾਹਮਣੀ ਰੂਪ ਵਿੱਚ ਦਰਬਾਰ ਦੀ ਸਾਰੀ ਰਿਪੋਰਟ ਦਿੱਲੀ ਔਰੰਗਜ਼ੇਬ ਨੂੰ ਘੱਲਦਾ ਸੀ ਅਤੇ ਇਹ ਗੁਰੂ ਜੀ ਦੇ ਮਾਲੀ ਗੁਲਾਬੇ ਦੇ ਕੋਲ ਰਹਿੰਦਾ ਸੀ। ਔਰ ਅੱਗੇ ਭਾਈ ਵੀਰ ਸਿੰਘ ਦਾ ਵੀ ਉਹੀ ਕਰਾਮਾਤਕ ਕਹਾਣੀਆਂ ਉਹਦਾ ਜੀਵਨ ਦਾ ਆਧਾਰ ਹੈ। ਉਹ ਸਾਨੂੰ ਉਸਨੇ ਵੀ ਘੁੰਮਣ ਘੇਰੀ ਵਿੱਚ ਪਾਇਆ। ਉਹ ਉਸ ਨੂੰ ਬਹੁਤ ਵੱਡਾ ਵਿਦਵਾਨ ਕਿਹਾ ਜਾਂਦਾ ਹੈ, ਪਰ ਉਸਨੇ ਜਿਤਨਾ ਸਿੱਖ ਕੌਮ ਦਾ ਨੁਕਸਾਨ ਕੀਤਾ, ਭਾਈ ਵੀਰ ਸਿੰਘ ਹੋਵੇ, ਸੰਤ ਸਿੰਘ ਮਸਕੀਨ ਹੋਵੇ, ਅੱਜ ਦਾ ਪਿੰਦਰਪਾਲ ਹੋਵੇ, ਉਹ ਪਿੰਦਰਪਾਲ ਵੀ ਬਹੁਤ ਸੂਰਜ ਪ੍ਰਕਾਸ਼ ਗ੍ਰੰਥ ਦੀ ਵਡਿਆਈ ਕਰਦਾ ਹੈ। ਤੂੰ ਕੀ ਫਰਕ ਪੈਂਦਾ, ਦੋ ਚਾਰ ਗੱਲਾਂ ਗਲਤ ਲਿਖੀਆਂ ਗਈਆਂ, ਵਡਿਆਈ ਬਹੁਤ ਕੀਤੀ ਹੈ। ਮਤਲਬ ਇਹ ਜਿਹੜੇ ਆ ਸ਼ਿਕਾਰੀ ਦੇ ਤਿੱਤਰ ਬਣ ਕੇ, ਸ਼ਿਕਾਰੀ ਦੇ ਬਟੇਰੇ ਬਣ ਕੇ ਇਹ ਸਾਨੂੰ ਜਾਲ ਵਿੱਚ ਫਸਾਉਂਦੇ ਨੇ। ਸਾਰੇ ਬੜੇ ਨਾਂ ਨੇ ਇਹਨਾਂ ਦੇ, ਪਰ ਸਮਾਂ ਪਾ ਕੇ ਸਾਰੇ ਉਜਾਗਰ ਹੋ ਜਾਣੇ। ਜਿਹੜੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਲਿਜਾਂਦੇ ਨੇ, ਉਹ ਸਾਰੇ ਉਜਾਗਰ ਹੋਣੇ, ਇੱਕ ਇੱਕ ਉਜਾਗਰ ਹੋਣਾ। ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਹੁਣ ਕੁਝ ਛੁਪਿਆ ਨਹੀਂ ਰਹਿ ਸਕਦਾ। ਪੁਰਾਣੇ ਜ਼ਮਾਨੇ ਵਿੱਚ ਸੰਤ ਸਿੰਘ ਮਸਕੀਨ ਸੀ ਨਾ, ਉਹ ਵੀ ਕਹਿੰਦੇ ਸੀ ਤ੍ਰਿਆ ਚਰਿੱਤਰ ਜਿਹੜਾ ਕਵੀ ਵਾਸਤਾਨ ਦੇ ਕਿਤਾਬ ਵਿੱਚੋਂ ਕਾਮ ਸੂਤਰ ਗ੍ਰੰਥ ਦਾ ਉਲਥਾ ਹੈ। ਮੈਂ ਉਹ ਕਾਮ ਸੂਤਰ ਗ੍ਰੰਥ ਪੜ੍ਹਿਆ, ਉਹਦੇ ਵਿੱਚ ਇੱਕ ਵੀ ਚਰਿੱਤਰ ਨਹੀਂ ਹੈ। ਪਹਿਲਾਂ ਇੱਦਾਂ ਝੂਠ ਬੋਲ ਦਿੰਦੇ ਸੀ, ਹੁਣ ਇਹ ਸਿਆਣੇ ਹੋ ਗਏ, ਹੁਣ ਝੂਠ ਇਸ ਤਰ੍ਹਾਂ ਬੋਲਦੇ ਆ ਕਿ ਉਹ ਕਿਤਾਬ ਦਾ ਨਾਮ ਹੀ ਨਹੀਂ ਲਿਖਿਆ। ਅਸੀਂ ਅਲੀਗੜ੍ਹ ਯੂਨੀਵਰਸਿਟੀ ਜਾ ਕੇ ਜੇ ਕਿਤਾਬ ਮੰਗੀਏ, ਅਸੀਂ ਕਹੀਏ ਕਿ ਇਸ ਲਿਖਾਰੀ ਦੀ ਕਿਤਾਬ ਦਿਓ, ਅਬੂਲ ਤੁਰਾਨੀ ਦੀ, ਉਹ ਪੁੱਛਣਗੇ ਕਿਤਾਬ ਦਾ ਨਾਮ ਕੀ ਆ, ਅਸੀਂ ਕਹਿਣਾ ਸਾਨੂੰ ਪਤਾ ਨਹੀਂ। ਹੈ ਨਾ ਕਮਾਲ। ਕਿਸੇ ਨੂੰ ਲੱਭਣ ਜਾਈਏ, ਉਹਦਾ ਸਰਨਾਮਾ ਹੀ ਪੂਰਾ ਪਤਾ ਨਹੀਂ, ਉਹ ਕਿਤਾਬ ਦਾ ਨਾਮ ਹੀ ਪਤਾ ਨਹੀਂ। ਉਸ ਕਿਤਾਬ ਦੇ ਆਧਾਰ 'ਤੇ ਅਸੀਂ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਕਹਾਣੀ ਸੁਣਾਉਣ ਲੱਗੇ ਜਿਹਦਾ ਨਾਂ ਹੀ ਕੋਈ ਨਹੀਂ। ਚਲੋ ਅੱਗੇ ਸੁਣੋ। ਇਹ ਪਹਿਲਾਂ ਬ੍ਰਾਹਮਣ ਸੀ, ਫਿਰ ਮੁਸਲਮਾਨ ਹੋ ਗਿਆ ਸੀ ਅਤੇ ਔਰੰਗਜ਼ੇਬ ਵੱਲੋਂ ਦਸ਼ਮੇਸ਼ ਜੀ ਦੇ ਦਰਬਾਰ ਵਿੱਚ ਬ੍ਰਾਹਮਣੀ ਰੂਪ ਵਿੱਚ ਦਰਬਾਰ ਦੀ ਸਾਰੀ ਰਿਪੋਰਟ, ਜਸੂਸ ਸੀ। ਇਹ ਦੁਸ਼ਮਣ ਦਾ ਜਸੂਸ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹੈ। ਇੱਕ ਪਾਸੇ ਅਸੀਂ ਕਹਿੰਦੇ ਸਾਡੇ ਸਤਿਗੁਰੂ ਦਿਲਾਂ ਦੀ ਜਾਣਦੇ ਸਨ, ਉਹ ਸਾਡੇ ਅੰਦਰਲੀ ਬੁੱਝ ਲੈਂਦੇ ਸਨ। ਉਹਨਾਂ ਦੇ ਘਰ ਵਿੱਚ ਔਰੰਗਜ਼ੇਬ ਦਾ ਜਸੂਸ ਬੈਠਾ, ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੀ ਨਹੀਂ ਲੱਗਾ। ਹੈ ਨਾ, ਅਸੀਂ ਕਿਵੇਂ ਸੰਗਤਾਂ ਨੂੰ ਮੂਰਖ ਬਣਾਉਂਦੇ ਆ, ਕਿਵੇਂ ਬੁੱਧੂ ਬਣਾਉਂਦੇ ਕਹਾਣੀਆਂ ਬਣਾ ਕੇ। ਉਹ ਜਾਣ ਲੈਂਦਾ ਸੀ ਉਹਨਾਂ ਦੇ ਘਰ ਵਿੱਚ, ਜਾਂ ਤਾਂ ਕਹੋ ਵੀ ਉਹ ਇੱਕ ਆਮ ਇਨਸਾਨ ਸਨ ਅਤੇ ਇੱਦਾਂ ਜਸੂਸ ਆ ਜਾਂਦੇ ਵੀ ਗੁਰੂ ਗੋਬਿੰਦ ਸਿੰਘ ਕੀ ਕਰਨ। ਕਈ ਜਗ੍ਹਾ ਜਸੂਸ ਘੁਸ ਜਾਂਦੇ ਨੇ, ਪਰ ਨਹੀਂ, ਅਸੀਂ ਇਹ ਵੀ ਕਹਿਣਾ ਗੁਰੂ ਦਿਲਾਂ ਦੀਆਂ ਜਾਣਦਾ ਸੀ, ਅੰਦਰ ਦੀ ਗੱਲ ਬੁੱਝ ਜਾਂਦਾ ਸੀ। ਫਿਰ ਅਸੀਂ ਇਹ ਵੀ ਕਹੀ ਜਾਣਾ ਕਿ ਔਰੰਗਜ਼ੇਬ ਦਾ ਜਸੂਸ ਸੀ, ਉਹ 2-3 ਸਾਲ, 1.5-2 ਸਾਲ ਰਿਹਾ ਉੱਥੇ, ਜਸੂਸੀ ਕਰਦਾ ਸੀ, ਰੋਜ਼ ਦੀ ਰਿਪੋਰਟ ਔਰੰਗਜ਼ੇਬ ਨੂੰ ਭੇਜਦਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਪਤਾ ਨਹੀਂ ਲੱਗਾ।
ਅਖੀਰ 'ਚ ਕਹਿਣਾ ਪਤਾ ਸੀ। ਫਿਰ ਪਤਾ ਸੀ ਤਾਂ ਭਾਈ ਉਹਨੂੰ ਫਿਰ ਫੜਿਆ ਕਿਉਂ ਨਹੀਂ, ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਸਾਨੂੰ ਰੋਲ ਘਚੋਲਾ ਪਾ ਕੇ ਕਨਫਿਊਜ਼ ਕਰ ਦੇਣਾ। ਪਹਿਲਾਂ ਬ੍ਰਾਹਮਣ ਸੀ, ਫਿਰ ਮੁਸਲਮਾਨ ਬਣ ਗਿਆ। ਉਹ ਗੁਲਾਬੇ ਜਿਹੜਾ ਮਾਲੀ ਹੈ ਉਹਦੇ ਕੋਲ ਰਹਿੰਦਾ ਸੀ, ਤੇ ਭਾਈ ਵੀਰ ਸਿੰਘ ਨੇ ਵੀ ਇਸ ਦੀ ਜੋ ਹੈ ਤਾਦੀਦ ਕਰ ਦਿੱਤੀ। ਇਹ ਆਪਣੀ ਉੱਪਰ ਦੱਸੀ ਕਿਤਾਬ ਵਿੱਚ ਲਿਖਦਾ ਹੈ। ਕਿਹੜੀ ਉੱਪਰ ਦੱਸੀ ਕਿਤਾਬ? ਕਿਤਾਬ ਦਾ ਤਾਂ ਨਾਮ ਹੀ ਕੋਈ ਨਹੀਂ ਹੈ ਨਾ। ਅਸੀਂ ਕਿਉਂਕਿ ਅਸੀਂ ਮੂਰਖ ਬਣਨਾ ਚਾਹੁੰਦੇ ਹਾਂ, ਇਸ ਕਰਕੇ ਸਾਨੂੰ ਮੂਰਖ ਬਣਾਇਆ ਜਾ ਰਿਹਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਲਈ ਵੱਡਾ ਇਕੱਠ ਕੀਤਾ, ਉਸ ਦਿਨ ਦੀਵਾਨ ਦੀ ਹਾਜ਼ਰੀ 35-40 ਹਜ਼ਾਰ ਦੇ ਕਰੀਬ ਸੀ। ਹੁਣ ਜਿਹੜੀਆਂ ਅੱਗੇ ਗੱਲਾਂ ਅਸੀਂ ਪੜ੍ਹਨੀਆਂ ਧਿਆਨ ਨਾਲ ਸੁਣਨੀਆਂ। ਅੱਗੇ ਅਬੂਲ ਤੁਰਾਨੀ ਲਿਖਦਾ ਹੈ ਕਿ ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤਾਂ ਨੂੰ ਮਾਤ ਕਰਦਾ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠ ਕੇ ਪੰਜਾਂ ਪਿਆਰਿਆਂ ਦੀ ਚੋਣ ਕਰ ਰਹੇ ਨਾ, ਤਖਤ ਕੇਸਗੜ੍ਹ ਸਾਹਿਬ, ਇਹ ਬੜਾ ਮਹਾਨ, ਉਸ ਦੀ ਵਡਿਆਈ ਲਿਖ ਰਿਹਾ। ਉਸ ਦਿਨ ਗੁਰੂ ਜੀ ਦਾ ਲਿਬਾਸ ਚੜ੍ਹਤ ਜਲਾਲ ਅਤੇ ਤੇਜ਼ ਬਹੁਤ ਹੀ ਮਹਾਨ ਸੀ। ਗੁਰੂ ਜੀ ਦਰਬਾਰ ਵਿੱਚ ਆਏ ਅਤੇ ਕਿਰਪਾਨ ਨੂੰ ਮਿਆਨ ਵਿੱਚੋਂ ਕੱਢ ਕੇ ਵਾਹ ਆਵਾਜ਼ ਬੁਲੰਦ ਕਿਹਾ, ਮੈਨੂੰ ਇੱਕ ਸਿਰ ਦੀ ਲੋੜ ਹੈ। ਬਗੈਰ ਦੇਰੀ ਸੋਚੇ ਵਿਚਾਰ ਅਤੇ ਕਿਸੇ ਵੀ ਹੀਲ ਹੁਜਤ ਦੇ ਦਇਆ ਸਿੰਘ ਆ ਹਾਜ਼ਰ ਹੋਇਆ। ਇਹ ਸਮੇਂ ਦਾ ਚਸ਼ਮਦੀਦ ਗਵਾਹ ਦੱਸਿਆ ਜਾ ਰਿਹਾ ਹੈ। ਧਿਆਨ ਨਾਲ ਗੱਲਾਂ ਸੁਣਨੀਆਂ। ਮੈਂ ਉਹਨਾਂ ਦੀ ਹਰ ਗੱਲ 'ਤੇ ਸਵਾਲ ਖੜਾ ਕਰਨਾ, ਉਦੋਂ ਤੁਹਾਨੂੰ ਇੱਕ ਕਹਾਣੀ ਯਾਦ ਹੋਣੀ ਚਾਹੀਦੀ ਹੈ। ਗੁਰੂ ਜੀ ਨੇ ਭਰੇ ਦਰਬਾਰ ਵਿੱਚ ਉੱਥੇ ਉਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇੱਕ ਭਰਪੂਰ ਵਾਰ ਕੀਤਾ ਅਤੇ ਸਿਰ ਧੜ ਨਾਲੋਂ ਜੁਦਾ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਦਾ ਸਿਰ ਵੱਢ ਦਿੱਤਾ। ਫਿਰ ਉਸ ਤੋਂ ਬਾਅਦ ਦੀਵਾਨ ਵਿੱਚ ਸਨਸਨੀ ਫੈਲ ਗਈ ਅਤੇ ਬਹੁਤ ਆਦਮੀ ਸਤੰਭ ਤੇ ਅਵਾਕ ਰਹਿ ਗਏ। ਗੁਰੂ ਜੀ ਨੇ ਫਿਰ ਗਰਜਵੀਂ ਅਤੇ ਕੜਕਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਹੋਰ ਸਿਰ ਦੀ ਲੋੜ ਹੈ। ਝੱਟ ਧਰਮ ਸਿੰਘ ਉੱਠਿਆ ਜਾਂ ਗੁਰੂ ਜੀ ਨੂੰ ਨਿਮਚਕਾਰ ਕੀਤੀ ਅਤੇ ਇਸ ਦਾ ਵੀ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ। ਦੀਵਾਨ ਵਿੱਚ ਖਲਬਲੀ ਮਚ ਗਈ, ਭਾਜੜ ਪੈ ਗਈ। ਗੁਰੂ ਜੀ ਨੇ ਵਾਹ ਆਵਾਜ਼ ਇੱਕ ਸਿਰ ਹੋਰ ਮੰਗਿਆ ਤੇ ਵਕੇਬਾਦ ਦਿਗਰੇ ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ, ਮਤਲਬ ਕਹਿਣ ਦਾ ਮਤਲਬ ਇਸ ਤਰ੍ਹਾਂ 5 ਸਿਰ ਮੰਗੇ। ਟੋਟਲ 5 ਸਿੱਖ ਹਾਜ਼ਰ ਹੋ ਗਏ। ਇਹਨਾਂ 5 ਨੂੰ ਕਤਲ ਕਰ ਸਿਰ ਧੜਾਂ ਨਾਲੋਂ ਵੱਖ ਕਰ ਦਿੱਤੇ ਅਤੇ ਕਈ ਆਦਮੀ ਮਾਤਾ ਜੀ ਪਾਸ ਪਹੁੰਚੇ ਤੇ ਸਾਰੀ ਵਿਥਿਆ ਜਾ ਸੁਣਾਈ। ਤੇ ਇੱਥੇ ਹੀ ਇਹ ਲਿਖਾਰੀ ਜਿਹੜਾ ਇਹ ਕਵੀ ਸੁੱਖਾ ਸਿੰਘ ਦੀ ਗੱਲ ਕਰਦਾ ਹੈ। ਸੁੱਖਾ ਸਿੰਘ ਨੇ ਕੀ ਕੀਤਾ? ਇਸ ਪਰ ਭਾਈ ਸੁੱਖਾ ਸਿੰਘ ਜੀ ਨੇ ਇਸ ਪ੍ਰਕਾਰ ਲਿਖਿਆ ਹੈ, 5 ਸਿੱਖ ਸਤਿਗੁਰ ਇਮ ਘਾਇਓ, ਹਾਹਾਕਾਰ ਸ਼ਬਦ ਤੁਰ ਛਾਇਓ, ਊਚ ਨੀਚ ਸਭ ਹੀ ਨਰ ਨਾਰੀ, ਨਿੰਦਾ ਕਰਨ ਲੱਗੇ ਸੰਸਾਰੀ। ਇਨ ਕਹਿ ਕਹਾਂ ਸਿਰੜ ਹਵੈ ਗਿਆ, ਭਾਵ ਇਹਨਾਂ ਦੇ ਸਿਰ ਨੂੰ ਕੁਛ ਚੜ੍ਹ ਗਿਆ, ਦਿਮਾਗ ਖਰਾਬ ਹੋ ਗਿਆ ਹੈ। ਅਜਾਛੂ ਅਨ ਜਿਉਂ ਸਿੱਖਣ ਘਾਇਆ, ਬੱਕਰਿਆਂ ਦੀ ਤਰ੍ਹਾਂ ਸਿੱਖਾਂ ਨੂੰ ਵੱਢ ਰਹੇ ਨੇ। ਉਲਟ ਪਰੀ ਇਨ ਪੈ ਸੂ ਭਵਾਨੀ, ਉਹ ਭਵਾਨੀ ਮਾਂ ਜਿਹੜੀ ਕਹਿੰਦੇ ਮਾਤਾ ਪ੍ਰਗਟ ਕੀਤੀ ਸੀ, ਇਹ ਉਲਟੀ ਪੈ ਗਈ। ਇਹ ਸੁੱਖਾ ਸਿੰਘ ਕਹਿ ਰਿਹਾ। ਤਾਂ ਤੇ ਇਨ ਕੀ ਨਾਤ ਬੌਰਾਨੀ, ਤਾਂਹੀਓ ਬੌਰੇ ਹੋ ਗਏ, ਪਾਗਲ ਹੋ ਗਏ। ਪ੍ਰਥਮ ਸਕਲ ਮਸੰਦ ਇਨ ਜਾਰੇ, ਪਹਿਲਾਂ ਮਸੰਦਾਂ ਨੂੰ ਜਾਲਿਆ। ਇਹ ਕਹਾਣੀਆਂ ਵਿੱਚ ਮਸੰਦਾਂ ਨੂੰ ਜਾਲਣ ਦੀ ਗੱਲ ਵੀ ਕੀਤੀ ਹੈ। ਪੈਸੂ ਅਜਾ ਅਬ ਸਿੱਖ ਸੰਗਾਰੇ, ਬੱਕਰੀ ਦੀ ਤਰ੍ਹਾਂ ਹੁਣ ਸਿੱਖਾਂ ਨੂੰ ਮਾਰਿਆ ਹੈ, ਵੱਢਿਆ ਹੈ, ਇਹਨਾਂ ਦਾ ਝਟਕਾ ਕੀਤਾ ਹੈ। ਮਾਤਾ ਧੀਰ ਕੋਲ ਇੱਕ ਜਾਹੀ, ਮਾਤਾ ਦੇ ਕੋਲ ਇੱਕ ਬੰਦਾ ਭੱਜ ਕੇ ਗਿਆ। ਇਹ ਵਿਦ ਬੜੀ ਵਰਨ ਸੁਨਾਹੀ, ਇਹ ਸਾਰੀ ਕਹਾਣੀ ਦੱਸੀ। ਤਿਲਕ ਪੇਡੇ ਨਾਲ ਸੂ ਦੀਜੈ, ਉਹ ਕਹਿੰਦੇ ਵੀ ਵੱਡੇ ਪੁੱਤਰ ਨੂੰ ਤਿਲਕ ਦੇ ਦਿਓ। ਇਨਕੇ ਇੱਕ ਜਾਂ ਪਕੜ ਬਣੀਜੇ, ਇਨਕੇ ਇੱਕ ਜਾਂ ਪਕੜ ਬਣੀਜੇ, ਇਹਨਾਂ ਨੂੰ ਪਕੜ ਕੇ ਬੰਨੋ, ਇਹਨਾਂ ਨੂੰ ਕਿਤੇ ਬੰਦ ਕਰੋ ਤੇ ਵੱਡੇ ਪੁੱਤਰ ਨੂੰ ਤਿਲਕ ਦੇ ਦਿਓ। ਇਹ ਸੁੱਖਾ ਸਿੰਘ ਕਹਿ ਰਿਹਾ।
ਗੁਰੂ ਜੀ ਨੇ ਉਹਨਾਂ ਦੇ 5 ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋਤਾ। ਲਓ ਜੀ, ਪਹਿਲਾਂ ਵੱਢ ਦਿੱਤੇ, ਹੁਣ 5 ਨੂੰ ਗੁਰੂ ਸਾਹਿਬ ਹੁਣ ਉੱਥੇ ਧੋਣ ਲੱਗੇ ਕੱਪੜਿਆਂ ਨੂੰ। ਨਿਰੇ ਪਖੰਡ। ਜਦੋਂ ਕੋਈ ਸਮਾਗਮ, ਕੋਈ ਪ੍ਰੋਗਰਾਮ ਹੋਵੇ ਤੇ ਪ੍ਰੋਗਰਾਮ ਦਾ ਜਿਹੜਾ ਲੀਡਰ ਹੈ, ਆਗੂ ਆ, ਉਹ ਕੱਪੜੇ ਧੋਣ ਬਹਿ ਜਾਂਦਾ। ਖੂਨ ਲੱਗ ਗਿਆ ਸੀ, ਔਰ ਇਹ ਖੂਨ ਕਿਤੇ ਐਵੇਂ ਉਤਰ ਜਾਂਦਾ। ਵਾਸ਼ਿੰਗ ਮਸ਼ੀਨ ਰੱਖੀ ਸੀ ਉੱਥੇ, ਕੱਪੜੇ ਧੋਤੇ। ਗੁਰੂ ਜੀ ਨੇ ਉਹਨਾਂ ਦੇ 5 ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋਤਾ। ਫਰਸ਼ ਵੀ ਸਾਫ਼ ਕੀਤਾ। ਉਸ ਟਾਈਮ ਫਰਸ਼ ਟਾਈਲਾਂ ਵਾਲਾ ਨਹੀਂ ਸੀ, ਫਰਸ਼ ਦਰੀਆਂ ਵਿਛਾਉਂਦੇ ਸੀ, ਦਰੀਆਂ ਵੀ ਧੋਤੀਆਂ। ਕਮਾਲ ਹੈ। ਕਾਫੀ ਜਗ੍ਹਾ ਅੱਗੇ ਰੱਖੀ ਹੋਣੀ ਆ, ਕੋਈ ਸੰਗਤਾਂ ਦੂਰ ਬੈਠੀਆਂ ਹੋਣੀਆਂ, ਜੇ ਸੰਗਤਾਂ ਦੇ ਖੂਨ ਪੈਣਾ ਸੀ ਸਾਰੀਆਂ ਤੇ। ਕਮਾਲ ਨਹੀਂ ਹੈ। ਭਰੀ ਸੰਗਤ ਦੇ ਵਿੱਚ ਸਿਰ ਵੱਢ ਦਿੱਤੇ। ਹਾਲੇ ਅੱਗੇ ਅੱਗੇ ਦੇਖੋ ਕਰਦੇ ਕੀ ਨੇ। ਫਰਸ਼ ਵੀ ਸਾਫ਼ ਕੀਤਾ ਅਤੇ ਖੂਨ ਦਾ ਦਾਗ ਕਿਤੇ ਵੀ ਰਹਿਣ ਨਾ ਦਿੱਤਾ। ਗੁਰੂ ਸਾਹਿਬ ਨੇ ਵਧੀਆ ਪਾਣੀ ਪੂਣੀ ਲਿਆ ਕੇ ਰੱਖਿਆ ਹੋਣਾ। ਜਦੋਂ ਅੰਮ੍ਰਿਤ ਤਿਆਰ ਕਰਨ ਲਈ ਤਾਂ ਪਾਣੀ ਉਸ ਵੇਲੇ ਸਤਲੁਜ ਤੋਂ ਮੰਗਾਉਂਦੇ ਆ, ਪਰ ਪਹਿਲਾਂ ਕਾਫੀ ਭੰਡਾਰ ਹੋਣਾ। ਧੋਤਾ, ਗੱਪਾਂ ਮਾਰਨੀਆਂ, ਜੋ ਮਰਜ਼ੀ ਕਰੀ ਜਾਓ। ਫਿਰ ਉਸ ਕਾਫਰ ਹਿੰਦੂਆਂ ਦੇ ਪੀਰ ਨੇ ਇੱਕ ਸਿਰ ਦੂਸਰੇ ਧੜ ਨਾਲ, ਭਾਵ ਇਹ ਨਹੀਂ ਦੇਖਿਆ ਕਿ ਧੜ ਕਿਸ ਦਾ, ਰਲਾ ਮਿਲਾ ਜੋੜ ਦਿੱਤੇ। ਭਾਵ ਦਇਆ ਸਿੰਘ ਦਾ ਸਿਰ ਧਰਮ ਸਿੰਘ ਨੂੰ ਲਾ ਦਿੱਤਾ, ਧਰਮ ਸਿੰਘ ਦਾ ਮੋਹਕਮ ਸਿੰਘ ਨੂੰ, ਮੋਹਕਮ ਸਿੰਘ ਦਾ ਹਿੰਮਤ, ਭਾਵ ਜਿਹੜਾ ਸਾਹਮਣੇ ਆਇਆ ਜੋੜ ਦਿੱਤਾ। ਹੈ ਨਾ ਕਮਾਲ। ਹੁਣ ਇਹ ਸਾਨੂੰ ਸ਼ਰਮ ਨਹੀਂ ਆਉਂਦੀ ਨਾ। ਗੁਰੂ ਨਾਨਕ ਦਾ ਧਰਮ ਗ੍ਰਸਤੀ ਧਰਮ ਹੈ। ਉਹ ਆਪਣੇ ਘਰਾਂ ਵਿੱਚੋਂ ਗਏ ਹੋਣਗੇ ਬਾਲ ਬੱਚੇਦਾਰ। ਇੱਦਾਂ ਤਾਂ ਕਿਤੇ ਲਿਖਿਆ ਨਹੀਂ ਕਿ ਜਿਹਨੇ ਵਿਆਹ ਨਹੀਂ ਕਰਾਇਆ ਉਹ ਹੀ ਆਉਣ। ਇਹ ਤਾਂ ਸਾਰਿਆਂ ਨੂੰ ਸੱਦਾ ਸੀ। ਹੁਣ ਇੱਕੋ 6 ਫੁੱਟਾ ਜਵਾਨ ਘਰੋਂ ਗਿਆ, ਦੂਜਾ 5 ਫੁੱਟਾ, 5.5 ਫੁੱਟਾ। ਹੁਣ 6 ਫੁੱਟੇ ਜਵਾਨ ਨੂੰ 5 ਫੁੱਟੇ ਜਵਾਨ ਦਾ ਸਿਰ ਲਾ ਦਿੱਤਾ। ਉਹ ਜਦੋਂ ਕਿਹੜੇ ਘਰ ਗਿਆ ਹੋਊਗਾ, ਧੜ ਵਾਲੇ ਜਾਂ ਸਿਰ ਵਾਲੇ? ਤੁਸੀਂ ਕਹੋ ਜੀ ਵੀ ਸਿਰ ਵਾਲੇ, ਕਿਉਂਕਿ ਪਛਾਣ ਤਾਂ ਸਿਰ ਤੋਂ, ਫੇਸ ਤੋਂ, ਚਿਹਰੇ ਤੋਂ ਹੋਣੀ ਆ। ਤਾਂ ਫਿਰ ਘਰ ਵਾਲੇ ਕਹਿੰਦੇ ਨਹੀਂ ਹੋਣੇ ਵੀ ਯਾਰ ਤੂੰ ਐਡਾ ਵੱਡਾ ਛੋਟਾ ਕਿੱਦਾਂ ਹੋ ਗਿਆ। ਜਿਸ ਘਰ ਵੱਡਾ ਚਲਾ ਗਿਆ ਉਹ ਛੋਟੀ ਜਗ੍ਹਾ, ਉਹ ਕਹਿਣਗੇ ਵੀ ਤੂੰ ਤਾਂ ਉਹ ਬੰਦਾ ਨਹੀਂ, ਉਹ ਤਾਂ 5.5 ਫੁੱਟਾ, ਤੂੰ 6.25 ਫੁੱਟਾ। ਕਿੱਡਾ ਸਾਡੇ ਸਿੱਖੀ ਦੇ ਦਿਮਾਗ ਨੂੰ ਖੋਖਲਾ ਕੀਤਾ ਹੋਇਆ। ਸਾਨੂੰ ਮੂਰਖ ਇੰਨਾ ਜ਼ਿਆਦਾ ਬਣਾ ਦਿੱਤਾ ਕਿ ਦਿਮਾਗ ਨਾਂ ਦੀ ਚੀਜ਼ ਸਾਡੇ 'ਚ ਰਹਿਣ ਹੀ ਨਹੀਂ ਦਿੱਤੀ ਗਈ। ਔਰ ਫਿਰ ਪਰਿਵਾਰ ਆਪਣੀ ਪਤਨੀਆਂ ਕੋਲ ਗਏ ਹੋਣਗੇ। ਧੜ ਵਾਲਾ ਹਿੱਸਾ ਜਾਂ ਸਿਰ ਵਾਲਾ ਹਿੱਸਾ, ਸ਼ਰਮ ਵਾਲੀ ਗੱਲ ਨਹੀਂ ਹੈ। ਕਿੱਡੀ ਸ਼ਰਮ ਵਾਲੀ ਗੱਲ ਹੈ। ਉਹ ਗੁਰੂ ਗੋਬਿੰਦ ਸਿੰਘ ਨੇ ਜੋੜ ਕੇ ਕਹਾਣੀ ਬਣਾਤੀ। ਇੱਕ ਮੁਸਲਮਾਨ ਦਾ ਨਾਂ ਲਿਖ ਦਿੱਤਾ, ਉਹ ਕਿੱਥੇ ਪੈਦਾ ਹੋਇਆ, ਕੌਣ ਹੈ, ਕਿਹੜੀ ਕਿਤਾਬ ਲਿਖੀ, ਕੋਈ ਵਾਹ ਵਾਸਤਾ ਨਹੀਂ। ਕਿਉਂਕਿ ਅਸੀਂ ਸਿੱਖੀ ਨੂੰ ਖਤਮ ਕਰਨਾ, ਜੋ ਮਰਜ਼ੀ ਹੋ ਜਾਏ, ਅਸੀਂ ਇਹ ਊਲ ਜਲੂਲ, ਔਰ ਇਹ ਸਾਡੇ ਬਾਬੇ ਸਟੇਜਾਂ ਤੋਂ ਇਹ ਪ੍ਰਚਾਰੀ ਜਾਂਦੇ ਆ, ਔਰ ਸਾਡੇ ਜਿਹੜੀਆਂ ਸੰਗਤਾਂ ਉਹ ਜਕਾਰੇ ਛੱਡੀ ਜਾਂਦੀਆਂ। ਉਹ ਐ ਸਾਨੂੰ ਉਹ ਗੱਲ ਪ੍ਰਵਾਨ ਨਹੀਂ ਹੈ ਜਿਹੜੀ ਸਮਕਾਲੀ ਕਵੀ, 52 ਕਵੀਆਂ ਵਿੱਚੋਂ ਇੱਕ ਕਵੀ ਜਿਹੜਾ ਉੱਥੇ ਹਾਜ਼ਰ, ਹਮੇਸ਼ਾ ਗੁਰੂ ਦੇ ਦਰਬਾਰ ਵਿੱਚ ਰਹਿੰਦਾ। ਕਹਿੰਦੇ ਉਦੋਂ ਉੱਥੇ ਨਹੀਂ ਹੋਣਾ। ਜੇ ਉਦਣ ਭਾਈ ਉੱਥੇ ਨਾ ਵੀ ਹੋਵੇ, ਜਿਹੜਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਾਦਤ ਤੋਂ 3 ਸਾਲ ਬਾਅਦ ਲਿਖਿਆ ਜਾਂਦਾ, 1711 ਈਸਵੀ ਵਿੱਚ ਕਵੀ ਸੈਨਾਪਤ ਲਿਖਦਾ, ਉਹ ਜ਼ਿਆਦਾ ਪ੍ਰਮਾਣਿਤ ਹੋਣਾ ਚਾਹੀਦਾ। ਜਾਂ ਆ ਕੋਈ ਜਿਹੜਾ ਅਨਨੋਨ ਲਿਖਾਰੀ, ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਜਿਸ ਦੀ ਕਿਤਾਬ ਦਾ ਪਤਾ ਵੀ ਨਹੀਂ, ਉਸ ਨੂੰ ਮੰਨਣਾ ਚਾਹੀਦਾ। ਕਿਉਂ? ਕਿਉਂਕਿ ਇਹ ਸਾਨੂੰ ਜ਼ਿਆਦਾ ਬੁੱਧੂ ਬਣਾਉਂਦਾ, ਇਹ ਸਿੱਖੀ ਨੂੰ ਜ਼ਿਆਦਾ ਡੈਮੇਜ ਕਰਦਾ, ਪੂਰੀ ਤਰ੍ਹਾਂ ਖਤਮ ਕਰਦਾ। ਇਸ ਕਰਕੇ ਸਾਡੇ ਜਿਹੜੇ ਮੋਮੋ ਠੱਗਣੇ ਪ੍ਰਚਾਰਕ ਹੈ, ਉਹਨਾਂ ਨੂੰ ਇਹ ਪਾਉਂਦਾ, ਜਿਹੜੇ ਸਿੱਖੀ ਦੇ ਦੁਸ਼ਮਣ ਹੈ, ਉਹਨਾਂ ਨੂੰ ਐਸੀਆਂ ਕਹਾਣੀਆਂ ਪਾਉਂਦੀਆਂ ਹਨ, ਚੰਗੀਆਂ ਲੱਗਦੀਆਂ ਹਨ। ਇਸ ਕਰਕੇ ਇਸ ਨੂੰ ਬੜਾਵਾ ਦਿੱਤਾ ਜਾਂਦਾ ਹੈ। ਹੁਣ ਸਿੱਖ ਕਹਿ ਸਕਦੇ ਆ ਵੀ ਜੋ ਹਾਥੀ ਦਾ ਸਿਰ ਗਣੇਸ਼ 'ਤੇ ਕਿਵੇਂ ਲੱਗ ਸਕਦਾ? ਹੁਣ ਤਾਂ ਮੰਨਣਾ ਪਊ ਨਾ। ਜੇ ਗੁਰੂ ਗੋਬਿੰਦ ਸਿੰਘ ਸਿਰ ਕਲਮ ਕਰਕੇ ਔਰ ਉਹਨਾਂ ਨੂੰ ਜੋੜ ਸਕਦੇ ਆ, ਮਰਿਆ ਹੋਇਆਂ ਨੂੰ ਜਿੰਦਾ ਕਰ ਸਕਦੇ ਆ, ਫਿਰ ਭਾਈ ਹਾਥੀ ਦਾ ਸਿਰ ਗਣੇਸ਼ ਨੂੰ ਕਿਉਂ ਨਹੀਂ ਲੱਗ ਸਕਦਾ? ਬਿਲਕੁਲ ਲੱਗ ਸਕਦਾ। ਸਰਜਰੀ ਉਦੋਂ ਸੀਗੀ। ਹੁਣ ਇਹ ਗੁਰੂ ਗੋਬਿੰਦ ਸਿੰਘ ਦਾ ਸਰਜਨ ਬੁਲਾਇਆ ਸੀ ਨਾ, ਇੱਥੇ ਅੱਗੇ ਲਿਖਿਆ ਹੋਇਆ ਕਿ ਮਿਲਾ ਕੇ ਜੋੜ ਦਿੱਤੇ। ਤਕਰੀਬਨ ਘੰਟੇ ਕੁ ਵਿੱਚ ਹੀ
हिकमत अमली नाल सी, नाल डॉक्टर लिआंदा होया सी, हिकमत अमली नाल सी दिते अते उन्हां 5 लाशां उपर चिट्टे कपड़े पा दिते। फिर पत्थर दे कूंडे उत्ते लोहे दी कड़ाही, सिख उस नूं बाटा आखदे हन, विच पानी पा अपनी तलवार फेरन लग पिया। कौन? गुरु गोबिंद सिंह। यह कौन लिख रहा? जिहड़ा जसूस औरंगजेब दा, और सिख उस ते विश्वास कर रहे। अगे देखो इसने की कड़ी घोलनी आ, बहादुर योधा बन जाना। पर फिर 1704 तो बाद बहादुर योधा कित्थे गया, कित्थे शहीद होया, कित्थे मरिया, कौन सी, कोई थौ पता नहीं। कहानी बना के साडे अगे रख दी है। लो जी सुनो, तकरीबन घंटे कू विच ही हिकमत अमली नाल सी जोड़ दिते। उन्हां 5 लाशां उपर चिट्टे कपड़े पा दिते। फिर पत्थर दे कुंडे उत्ते लोहे दी कड़ाही, सिख इस नूं बाटा आखदे हन, विच पानी पा अपनी तलवार फेरन लग पिया ते कोई कलमा पढ़दा रहा। हुण 1.5 साल तो उत्थे रिपोर्ट कर रहा सी औरंगजेब नूं, ते ये बामण तो मुसलमान बनिया सी। इस नूं पता नहीं गुरु गोबिंद सिंह ने की पढ़िया। भाई हद हो गई, उत्थे रह रहा तू, उत्थों रिपोर्ट कर रहा, वो गल्लां पंजाबी दे करके करते होणगे गुरु के दरबार में, वो तैनूं सारियां समझ आउंदियां। वो जिहड़ा कलमा पढ़िया तैनूं कोई पता नहीं लगा की पढ़िया। अगों तैनूं वाहिगुरू जी का खालसा वाहिगुरू जी की फतेह तैनूं याद है, फतेह बुलाई। तो जे जपजी बोलिया होगा तो तैनूं जपजी नहीं याद आया कि जपजी साहब का पाठ किया? वो हैडिंग का दस दिंदा, गोल मटोल गल्लां, भरमाऊ भुलेखा पाऊ गल्लां, फिर कोई कलमा पढ़िया तो फिर की होया। ये अमल 1.5-2 घंटे हुंदा रहा। इस समय काफरां हिंदुआं दे पीर दी किसी औरत ने बाटे विच कुछ लिया के पा दिता। वो जिहड़ा मिठा पतासे जो भी है, मतलब कहानी पूरी जोड़नी ना, उस तरह की बनाउणी है, रलदी मिलदी पा दिता। हुण आबे हजात तैयार हो चुका सी। लो इनू पता आबे हजात तैयार हो गया, ये नहीं पता भी कलाम किहड़ा फड़िया। अगे फिर अगे कहानी दसी आ कि उन्हां दे शरीर ते छिट्टे मारे, उन्होंने जिंदा कर दिता, सारा कुछ हो गया। वाहिगुरू जी का खालसा वाहिगुरू जी की फतेह बुलाई, ये कहानी पूरी। उदों बाद विच गुरु गोबिंद सिंह जी उन्होंने कहन लगे भई हुण मैनूं भी अमृत छकाओ। हुण तुहानूं एक नुकता फड़ना, जे पूरी कहानी विच एक नुकता गलत हो जाए ना, साडी पूरी स्टेटमेंट असीं दिन्ने आ, कोई कतल हो जाए, कोई गलती हो जाए, एक स्टेटमेंट 'च एक गलती हो जाए, सानू दोषी ठहरा दिता जाता कि पहला तू इंज कहा सी, हुण तू इंज कहा, आ गल इंज होई सी पर तू 2 जगह अलग अलग लिखिया, इस करके शक की सूई तुहाडे ते आउंदी है। हुण ये दसना है कि गुरु गोबिंद सिंह जदों उन्हें कहा मैनू भी अमृत छकाओ, सिख कहण लगे असी 5 ने सिर दिते सी, तुसी की दिओगे? उन्हां कहा असी सिर दे के ये अमोल वस्तु लई है, तुसी इस लई की दिओगे? गुरु जी ने कहा मैं प्राण करता हाँ कि अपना सारा सरवंश माता पिता। हुण इस कवि नूं कोई पुछण वाला होवे, साडे सिखां नूं कोई पुछण वाला होवे भई 1699 ईस्वी दा ये गल है ते गुरु तेग बहादुर ते 1675 ईस्वी विच सिर दे चुके सन। हुण किहड़े पिता दा सिर देना सी? पर क्योंकि प्रभावित गल्लां करनियां, वो बाद च लिखे ग्रंथ है, उदों पहलां सारियां शहीदियां हो चुकियां, हुण लिख दिओ गिणती करके सारियां, ये भुल गया भी 9वें पातशाह दा तां सीस पहलां ही दिता जा चुका, हुण किद्दां दे देणगे? हुण ये गुरु गोबिंद सिंह दे मुख विचों कढवा रहे ने कि अपना माता पिता पुत्र सगे संबंधी सब कुछ करवाण कर दियांगा। इस ते उन्हां 5 ने गुरु जी नूं आबे हजात दे दिता अते गोबिंद राय तो गोबिंद सिंह हो गया अते उन्हां दे नाम नाल भी सिंह पद जोड़
ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਿਆ। ਅਬੁਲ ਤੁਰਾਨੀ ਲਿਖਦਾ ਹੈ, ਅੱਗੇ ਦੇਖੋ ਬੜਾ, ਹੁਣ ਤੁਹਾਨੂੰ ਇਹਦੇ ਵਿੱਚ ਕਈ ਨੁਕਤੇ ਮੈਂ ਤੁਹਾਨੂੰ ਦੱਸਾਂਗਾ, ਇੱਕ ਇੱਕ ਨੁਕਤੇ 'ਤੇ ਗੌਰ ਕਰਨਾ, ਕਿਵੇਂ ਗੁੰਮਰਾਹ ਕਰਦੇ ਨੇ। ਅਬੁਲ ਤੁਰਾਨੀ ਕੀ ਲਿਖਦਾ? ਅਬੁਲ ਤੁਰਾਨੀ ਕੌਣ ਹੈ ਪਤਾ ਨਹੀਂ, ਉਹ ਕੋਈ ਮੁਸਲਮਾਨ ਹੈ। ਪਹਿਲਾਂ ਉਹ ਸੀ ਬਾਹਮਣ ਸੀ, ਬਾਹਮਣ ਤੋਂ ਮੁਸਲਮਾਨ ਬਣ ਗਿਆ, ਹੁਣ ਮੁਸਲਮਾਨ ਤੋਂ ਸਿੱਖ ਬਣ ਜਾਣਾ। ਜਿਹੜਾ ਆਪਣੇ ਹਿੰਦੂ ਧਰਮ ਦਾ ਨਹੀਂ ਹੋਇਆ, ਜਿਹੜਾ ਮੁਸਲਮਾਨ ਧਰਮ ਦਾ ਨਹੀਂ ਹੋਇਆ, ਉਹ ਜਿਹੜਾ ਕਿਸੇ ਦਾ ਨਹੀਂ ਹੋਇਆ, ਤੁਹਾਡਾ ਕਿਵੇਂ ਹੋ ਜੂ, ਕੀ ਗਰੰਟੀ ਹੈ। ਹੁਣ ਇਹ ਲਿਖਦਾ ਹੈ, ਮੈਂ ਬਹੁਤ ਪਛਤਾਇਆ ਅਤੇ ਰੋਇਆ। ਉਸ ਸਮੇਂ ਉੱਥੇ ਹੀ ਹਾਜ਼ਰ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਜਾਤ ਪੀਤਾ, ਮੈਥੋਂ ਵੀ ਰਿਹਾ ਨਾ ਗਿਆ। ਮੈਂ ਵੀ ਆਪਣੇ ਆਪ ਨੂੰ ਤ੍ਰਿਕਾਰ ਦਾ ਪਛਤਾਉਂਦਾ ਹੋਇਆ ਉਸੇ ਵਕਤ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝੱਟ ਹੀ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਉਸ ਤੋਂ ਆਬੇ ਹਜਾਤ ਦੀ ਦਾਤ ਮੰਗੀ। ਗੁਰੂ ਨੇ, ਜਿਹੜਾ ਮੇਰੇ ਪਖੰਡ ਤੇ ਡੰਬ ਨੂੰ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪਨਾ ਦੇ ਆਬੇ ਹਜਾਤ ਪਿਲਾ ਕੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ। ਆ ਜਿਹੜਾ ਇੱਕ ਨੁਕਤਾ ਧਿਆਨ ਨਾਲ ਸਮਝਣਾ, ਜਿਹੜੇ ਲੋਕਾਂ ਨੇ ਫੌਜ ਵਿੱਚ ਨੌਕਰੀ ਕੀਤੀ ਹੋਵੇ ਉਹਨਾਂ ਨੂੰ ਇਹ ਜਲਦੀ ਔਰ ਸੋਹਣੇ ਤਰੀਕੇ ਨਾਲ ਸਮਝ ਆਉਣਾ। ਸਾਡੇ ਫੌਜ ਦਾ ਜਰਨੈਲ ਹੋਵੇ, ਉਸ ਜਰਨੈਲ ਨੂੰ ਪਤਾ ਹੋਵੇ ਕਿ ਆ ਫਲਾਣਾ ਬੰਦਾ ਦੁਸ਼ਮਣ ਦਾ ਏਜੰਟ ਹੈ, ਉਹਦਾ ਸਿਪਾਹੀ ਹੈ, ਇਹ ਸਾਡੀ ਖੂਫੀਆ ਰਿਪੋਰਟ ਦੁਸ਼ਮਣ ਨੂੰ ਦਿੰਦਾ ਹੈ। ਔਰ ਉਸ ਜਰਨੈਲ ਨੂੰ ਪਤਾ ਹੋਵੇ ਕਿ ਇਹ ਦੁਸ਼ਮਣ ਦਾ ਬੰਦਾ, ਔਰ ਉਹ ਜਰਨੈਲ ਪਤਾ ਹੋਣ ਦੇ ਬਾਵਜੂਦ ਵੀ ਉਸ 'ਤੇ ਕੋਈ ਐਕਸ਼ਨ ਨਾ ਲਵੇ, ਪਤਾ ਹੋਣ ਦੇ ਬਾਵਜੂਦ ਵੀ ਉਸ ਨੂੰ ਕਮਿਸ਼ਨ ਦੇ ਦੇਵੇ, ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਵੇ। ਐਸੇ ਜਰਨੈਲ ਨੂੰ ਅਸੀਂ ਕੀ ਕਹਾਂਗੇ? ਉਹ ਸਾਡਾ ਜਰਨੈਲ ਹੈ ਜਾਂ ਉਹ ਵੀ ਦੁਸ਼ਮਣ ਨਾਲ ਰਲਿਆ ਹੋਇਆ? ਜਿਹੜਾ ਬੰਦਾ ਸਾਲ ਡੇਢ ਸਾਲ ਤੋਂ ਤੁਹਾਡੀ ਖੂਫੀਆ ਰਿਪੋਰਟ ਔਰੰਗਜ਼ੇਬ ਨੂੰ ਭੇਜ ਰਿਹਾ, ਇਹ ਕਹਾਣੀ ਦੇ ਲਿਖੇ ਅਨੁਸਾਰ ਮੈਂ ਦੱਸ ਰਿਹਾ, ਔਰ ਉਹ ਬੰਦਾ ਪਹਿਲੀ ਗੱਲ ਤਾਂ 1.5 ਸਾਲ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਪਛਾਣ ਕੇ ਫੜਿਆ ਨਹੀਂ। ਜਰਨੈਲ ਦਾ ਕੰਮ ਹੈ ਨਾ, ਉਸ ਨੂੰ ਕੁਝ ਪਤਾ ਲੱਗ ਜਾਵੇ ਆਹ ਬੰਦਾ ਗਲਤ ਹੈ, ਉਸ ਨੂੰ ਸਜ਼ਾ ਦੇਣੀ ਬਣਦੀ ਹੈ। ਉਸ ਤੋਂ ਸਾਰੇ ਤੱਥ ਉਗਲਾਉਣੇ ਬਣਦੇ ਹੈ ਕਿ ਭਈ ਤੂੰ ਹੁਣ ਤੱਕ ਸਾਡੀ ਕਿਹੜੀ ਕਿਹੜੀ ਰਿਪੋਰਟ ਦੇ ਚੁੱਕਾ, ਜਾਂ ਦੁਸ਼ਮਣ ਦੇ ਬਾਰੇ ਉਸ ਤੋਂ ਗਿਆਨ ਹਾਸਲ ਕਰਨਾ ਹੁੰਦਾ ਕਿ ਤੂੰ ਆਪਣਿਆਂ ਦਾ ਦੱਸ ਹੁਣ, ਨਹੀਂ ਤਾਂ ਤੈਨੂੰ ਖਤਮ ਕਰਾਂਗੇ, ਤਸੀਹੇ ਦਿਆਂਗੇ। ਪਰ ਇੱਥੇ ਉਲਟੀ ਗੰਗਾ ਬਹਾਈ ਹੋਈ ਹੈ, ਦੁਸ਼ਮਣ ਦਾ ਸਿਪਾਹੀ ਹੈ, ਦੁਸ਼ਮਣ ਦਾ ਜਸੂਸ ਹੈ। ਔਰ ਇਹ ਵੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਪਖੰਡ ਦਾ, ਮੇਰੀ ਅਸਲੀਅਤ ਦਾ ਪਤਾ ਸੀ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਆਬੇ ਹਜਾਤ ਅੰਮ੍ਰਿਤ ਛਕਾ ਦਿੱਤਾ। ਕੱਚੀਆਂ ਕਹਾਣੀਆਂ, ਕੁਝ ਨਹੀਂ ਹੈ, ਸਾਡੇ ਦਿਮਾਗਾਂ 'ਚ ਫਰਕ ਪਿਆ ਹੋਇਆ। ਅੱਗੇ ਸੁਣੋ, ਅੱਗੇ ਇਹਨੇ ਬਹੁਤ ਕੁਝ ਹੋਰ ਕਰਨਾ। ਗੁਰੂ ਨੇ, ਜਿਹੜਾ ਮੇਰੇ ਪਖੰਡ ਤੇ ਡੰਬ ਨੂੰ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪਣਾ ਦੇ ਆਬੇ ਹਜਾਤ ਪਿਲਾ ਕੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ। ਮੇਰੇ ਜਨਮ ਜਨਮਾਂਤਰਾਂ ਦੇ ਪਾਪ ਇਸ ਤਰ੍ਹਾਂ ਉਸ ਦਿਨ ਕੱਟੇ ਗਏ। ਮੈਂ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿੱਚ ਜ਼ੁਲਮ ਨਾਲ ਦੂ ਬਦੂ ਲੜਿਆ। ਹੁਣ ਕੋਈ ਪੁੱਛੇ, ਸਿੰਘ ਛੱਜ ਗਿਆ, ਅਜਮੇਰ ਸਿੰਘ ਬਣ ਗਿਆ, ਔਰ ਕਈ ਜੰਗਾਂ ਦੇ ਵਿੱਚ ਗੁਰੂ ਸਾਹਿਬ ਵੱਲੋਂ ਲੜਿਆ। ਅਸੀਂ ਜਾਣਦੇ ਹਾਂ, ਜਦੋਂ ਅਨੰਦਪੁਰ ਸਾਹਿਬ ਛੱਡਿਆ, ਚਮਕੌਰ ਗਏ 40 ਸੀ, 40 ਵਿੱਚੋਂ ਗੁਰੂ ਗੋਬਿੰਦ ਸਿੰਘ ਤੇ 3 ਸਿੱਖ ਬਚੇ ਸਨ, ਬਾਕੀ ਸਾਰੇ ਸ਼ਹੀਦ ਹੋ ਗਏ। ਹੁਣ ਅਜਮੇਰ ਸਿੰਘ ਕਿੱਥੇ ਗਿਆ? ਫਿਰ ਜਦੋਂ ਮੁਕਤਸਰ ਸਾਹਿਬ ਜੰਗ ਹੋਈ, ਉੱਥੇ ਵੀ 40 ਆਏ ਸਨ, ਉਹ 40 ਦੇ 40 ਸ਼ਹੀਦ ਹੋ ਗਏ।
ਅਜਮੇਰ ਸਿੰਘ ਕਿੱਥੇ ਛੁਪਿਆ ਹੋਇਆ ਸੀ? ਆ ਮਹਾਨ ਸਿੱਖ ਜਿਹਦੇ ਨਾਂ 'ਤੇ ਆ ਸਾਨੂੰ ਪੂਰੀ ਕਹਾਣੀ ਸਾਡੇ ਪ੍ਰਚਾਰਕ ਗਲ ਪਾ ਰਹੇ ਨੇ, ਇਹ ਬਾਅਦ 'ਚ ਕਿੱਥੇ ਗਿਆ? ਇਹ ਕਿਤਾਬਾਂ ਲਿਖਣ ਬੈਠ ਗਿਆ। ਸਿੱਖ ਧਰਮ 'ਚ ਹੋਰ ਵੀ ਕਿਤਾਬਾਂ ਲਿਖਣ ਵਾਲੇ ਬਾਬੇ ਬੜੇ ਨੇ, ਮਹਾਨ ਨੇ, ਅੱਜ ਮੰਨੇ ਜਾਂਦੇ ਨੇ। ਉਹਨਾਂ ਨੂੰ ਸਿਰਸਲੱਥ ਯੋਧੇ ਕਿਹਾ ਜਾਂਦਾ, ਜਿਹੜੇ ਲੜਾਈ ਦੇ ਮੌਕੇ ਕਿਤਾਬਾਂ ਲਿਖਣ ਬੈਠੇ ਹੋਏ ਸਨ। ਕੋਈ ਸਾਨੂੰ ਗੁਰੂ ਸਾਹਿਬ ਕਹਿੰਦੇ ਕਿਤਾਬਾਂ ਲਿਖੋ, ਇੱਦਾਂ ਲੱਗਦਾ ਆ ਵੀ ਬੰਦਾ ਕਿਤਾਬਾਂ ਲਿਖਣ ਬਹਿ ਗਿਆ ਹੋਣਾ। ਆਪੇ ਲਿਖਦਾ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਮੈਂ ਹੀ ਕਹਾਣੀ ਲਿਖ ਰਿਹਾ, ਮੈਂ ਹੀ ਆਪਣੇ ਆਪ ਨੂੰ ਬਹਾਦਰ ਜੰਗਾ ਜੋਧਾ 'ਚ ਲੜਾਕਾ ਲਿਖ ਰਿਹਾ। ਕਿਹੜੀ ਗੱਲ ਹੈ? ਅਸਲ ਗੱਲ ਜਿਹੜੀ ਹੈ, ਸਾਨੂੰ ਇਸ ਘੁੰਮਣ ਘੇਰੀ ਵਿੱਚ ਫਸਾਉਣ ਦਾ ਕਾਰਜ ਇਹਨਾਂ ਸਾਰਿਆਂ ਦਾ ਰਲ ਮਿਲ ਕੇ ਆ ਕਿ ਆਓ ਅਸੀਂ ਹੁਣ ਜਿਹੜੀ ਅਸਲੀ ਗੱਲ ਜਾਣਨੀ ਹੈ ਕਿ ਜਿਹੜਾ ਉਸ ਸਮੇਂ ਦਾ ਸੀਗਾ ਚਸ਼ਮਦੀਦ ਗਵਾਹ, ਜਾਂ ਜਿਹੜਾ ਗੁਰੂ ਦੇ ਦਰਬਾਰ ਵਿੱਚ ਰਹਿਣ ਵਾਲਾ ਸਿੱਖ ਸੀ, ਉਹ ਕੀ ਕਹਿੰਦਾ? ਉਹ ਕੌਣ ਸੀ? ਕਵੀ ਸੈਨਾਪਤ। ਕਵੀ ਸੈਨਾਪਤ 52 ਕਵੀਆਂ ਵਿੱਚੋਂ ਇੱਕ ਕਵੀ ਸੀ। ਆਹ ਜਿਹੜਾ ਬੰਦਾ, ਇਹਦਾ ਤਾਂ ਕੋਈ ਪਤਾ ਹੀ ਨਹੀਂ ਕੌਣ ਸੀ। ਇਹ ਤਾਂ ਅਬੁਲ ਦੁਰਾਨੀ ਪਤਾ ਨਹੀਂ ਕੌਣ ਸੀ। ਕਿਉਂ? ਗਾਹਾਂ ਤੋਂ ਗਾਹਾਂ ਆ ਗਿਆ ਵੀ ਉੱਥੇ ਕਿਤਾਬ ਪਈ ਹੈ, ਅਲੀਗੜ੍ਹ ਯੂਨੀਵਰਸਿਟੀ ਦਾ। ਕਿਤਾਬ ਦਾ ਨਾਂ ਕੀ? ਨਹੀਂ ਤਾਂ ਲੱਭ ਹੀ ਲੈਂਦੇ। ਕੋਈ ਐਵੇਂ ਹੀ ਹਵਾ 'ਚ ਗੱਲਾਂ ਕਰੀ ਜਾਣੀਆਂ। ਤੁਹਾਨੂੰ ਇਹ ਸਾਖੀ ਚੰਗੀ ਲੱਗੀ, ਪਤਾ ਨਹੀਂ ਤੁਸੀਂ ਆਪ ਹੀ ਬਣਾਈ ਹੋਵੇ, ਕੀ ਪਤਾ? ਕਿਉਂਕਿ ਤੁਹਾਡੇ ਗ੍ਰੰਥਾਂ 'ਚ ਇਹੋ ਜਿਹੀ ਕਹਾਵਤ, ਤੁਹਾਨੂੰ ਕੋਈ ਆਧਾਰ ਚਾਹੀਦਾ, ਉਹ ਲਿਖ ਦਿਓ, ਅਲੀਗੜ੍ਹ ਯੂਨੀਵਰਸਿਟੀ ਕੌਣ ਜਾਣ ਲੱਗਾ। ਠੀਕ ਹੈ, ਇਸ ਤਰ੍ਹਾਂ ਕਰਕੇ ਭਾਈ ਆਹ ਜਿਹੜੀ ਅਸਲੀ ਗੱਲ ਸੁਣੋ। ਪੁਰ ਆਨੰਦ ਗੋਬਿੰਦ ਸਿੰਘ ਗੁਰ ਅਬ ਕਬ ਕਰਤ ਵਖਾਣ, ਗਿਰਦ ਪਹਾੜ ਅਪਾਰਿਅਤ ਸਤ ਲੁੱਦਰ ਤਟ ਸ਼ੁਭ ਥਾਨ। ਇਹ ਕਵੀ ਸੈਨਾਪਤ ਲਿਖਦਾ ਹੈ 1711 ਈਸਵੀ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 3 ਸਾਲ ਬਾਅਦ ਇਹ ਕਹਾਣੀ ਲਿਖਦਾ। ਉਸਨੇ ਕਦੋਂ ਲਿਖੀ ਉਹ ਪਤਾ ਨਹੀਂ, ਉਹ ਕਿਹੜੀ ਕਿਤਾਬ 'ਚ ਲਿਖੀ ਪਤਾ ਨਹੀਂ, ਪਰ ਕਵੀ ਸੈਨਾਪਤ ਸ੍ਰੀ ਗੁਰੂ ਸੋਭਾ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ। ਇਹ ਮੈਂ ਦੱਸ ਦਿੰਦਾ, ਉਹਦਾ ਗੋਤ ਮਾਨ ਸੀ ਕਵੀ ਸੈਨਾਪਤ ਦਾ। ਠੀਕ ਹੈ, ਉਹਦਾ ਵੇਰਵਾ ਤੁਹਾਨੂੰ ਸਾਰਾ ਦੱਸ ਰਿਹਾ ਵੀ ਉਹ ਸੀਗਾ ਕੋਈ, ਉਹਦਾ ਕੋਈ ਜੜ ਸੀ। ਪਰ ਇਸ ਕਵੀ ਜਿਹਦੀ ਹੁਣ ਪਹਿਲਾਂ ਗੱਲ ਕੀਤੀ ਆ, ਉਹਦਾ ਕੋਈ ਆਧਾਰ ਨਹੀਂ। ਆਓ ਸੁਣੋ। ਚੇਤ ਮਾਸ ਬੀਤਿਓ ਸਕਲ, ਮੇਲਾ ਪਇਓ ਅਪਾਰ, ਵੈਸਾਖੀ ਕੇ ਦਰਸ ਪੈ ਸਤਿਗੁਰ ਕੀਓ ਵਿਚਾਰ, ਸੰਗਤ ਦਰਸ਼ਨ ਕਰਤ ਸਭ ਨਗਰ ਨਗਰ ਵਿਸਥਾਰ, हुए दयाल दर्शन दियो करनहार करतार। गोबिंद सिंह करी खुशी संगत करी निहाल, कियो प्रगट तब खालसा चूक्यो सगल जंजाल। सब समूह संगत मिली शुभ सत लुदर के तीर, केतक सुन पै खालसा केतक पै अधीर। तज मसंद प्रभ एक जप, जय विवेक तहां कीन। आ सिक्ख्या गुरु दी आ खालसा प्रगट सी कि तुहाडा मसंदां तो खैड़ा छड़ा के सिद्धा तुहानू खालस बना के, सिद्धा अपने तहत, सिद्धा ज्ञान दे तहत, सिद्धा अकाल पुरख नाल जोड़िया। ਇਹ ਜਿਹੜਾ ਖਾਲਸਾ ਪੰਥ ਪ੍ਰਗਟ ਕਰਨ ਦਾ। ਬਾਕੀ ਕਹਾਣੀਆਂ ਅਸੀਂ ਰੌਚਕ ਬਹੁਤ ਬਣਾ ਲਈਆਂ, ਅਸੀਂ ਘੁੰਮਣ ਘੇਰੀ ਵਿੱਚ ਪੈ ਗਏ। ਸਤਿਗੁਰ ਨੇ ਸਾਨੂੰ ਵਿਵੇਕ ਦਾਨ ਦਿੱਤਾ ਸੀ ਤੇ ਸਤਿਗੁਰ ਸੋ ਸੇਵਕ ਮਿਲੇ ਨੀਰ ਮਦ ਜੋ ਮੀਨ, ਸੋ ਸਤ ਸੰਗਤ ਜਾਣੀਏ ਜੈ ਵਿਵੇਕ ਵਿਚਾਰ। ਵਿਵੇਕ ਵਿਚਾਰ ਦਿਮਾਗ ਦੀ ਗੱਲ, ਸਮਝ ਦੀ ਗੱਲ, ਗਿਆਨ ਦੀ ਗੱਲ। ਇਸ ਪਾਸੇ ਸਾਡੇ ਸਤਿਗੁਰਾਂ ਲਾਇਆ ਸੀ, ਸਾਨੂੰ ਵਿਚੋਲਿਆਂ ਤੋਂ ਆਜ਼ਾਦ ਕਰਾਇਆ ਸੀ, ਸਾਨੂੰ ਖਾਲਸ ਬਣਾਇਆ ਸੀ, ਸਾਨੂੰ ਖਾਲਸਾ ਪੰਥ ਸਾਡਾ ਬਣਾਇਆ ਸੀ ਔਰ ਭੇਖ ਪਖੰਡ ਤੋਂ ਸਾਨੂੰ ਆਜ਼ਾਦ ਕੀਤਾ ਸੀ। ਇਹ ਸੀ ਖਾਲਸਾ ਪੰਥ ਦੀ ਸਿਰਜਣਾ। ਕਹਾਣੀਆਂ ਇੰਨੀਆਂ, ਕਿਤੇ ਬੱਕਰੇ ਵੱਢੀ ਜਾਂਦੇ ਨੇ, ਕਿਤੇ ਸਿੰਘਾਂ ਦੇ ਸਿਰ ਹੀ ਵੱਢੀ ਜਾਂਦੇ ਨੇ। ਉਹ ਸਮਕਾਲੀ ਕਵੀ ਨੂੰ ਕੀ ਕਹਿ ਰਿਹਾ ਇਹਨੂੰ ਪਤਾ ਨਹੀਂ, ਇਹ ਉੱਥੇ ਨਹੀਂ ਹੋਣਾ। ਮੰਨ ਲਓ ਕਵੀ ਸੈਨਾਪਤ ਉਸ ਦਿਨ ਅਨੰਦਪੁਰ ਸਾਹਿਬ ਨਹੀਂ ਸੀ, ਪਰ ਉਹ ਜਿਉਂਦਾ ਸੀ ਔਰ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਇੱਕ ਕਵੀ ਸੀ।
ਮੰਨ ਲਓ ਕਿਤੇ ਗਿਆ ਵੀ ਹੋਵੇ, ਆਪਾਂ ਪਿੰਡ ਤੋਂ ਬਾਹਰ ਹੋਈਏ, 2-4 ਦਿਨ ਹਫ਼ਤੇ ਬਾਅਦ ਆ ਜਾਈਏ, ਪਿੰਡ ਵਿੱਚ ਕੀ ਹੋਇਆ ਵਾਪਰਿਆ, ਉਹ ਤੁਸੀਂ ਖਾਸ ਬੰਦੇ ਉੱਥੋਂ ਦੇ ਰਹਿਣ ਵਾਲੇ, ਗੁਰੂ ਦਰਬਾਰ ਵਾਲੇ, ਤੁਹਾਡੇ ਸੰਗੀ ਸਾਥੀਆਂ ਨੇ ਜ਼ਰੂਰ ਦੱਸਿਆ ਹੋ ਵੀ ਭਾਈ ਤੂੰ ਤਾਂ ਗਿਆ ਹੋਇਆ। ਪਹਿਲੀ ਗੱਲ ਤਾਂ ਉਹ ਕਿੱਦਾਂ ਜਾ ਸਕਦਾ ਜਦ ਪਤਾ ਦੂਰੋਂ ਨੇੜਿਓਂ ਸੰਗਤਾਂ ਨੂੰ ਬੁਲਾਇਆ ਵੀ ਅੱਜ ਇੱਥੇ ਇਮਤਿਹਾਨ ਹੈ, ਉਹ ਜਿਹੜਾ ਬੰਦਾ ਪਹਿਲਾਂ ਉੱਥੇ ਰਹਿੰਦਾ ਉਦਣ ਚਲਾ ਜਾਏ, ਇੱਦਾਂ ਹੋ ਸਕਦਾ? ਔਰ ਫਿਰ ਉਹ ਇਤਿਹਾਸ ਲਿਖੇ, ਇੱਦਾਂ ਹੋ ਸਕਦਾ? ਹਾਂ ਹੋ ਸਕਦਾ, ਜਿਵੇਂ ਬਾਬਾ ਦੀਪ ਸਿੰਘ ਚਲਾ ਗਿਆ ਸੀ, ਉਹ ਤਾਂ ਹੈ ਨਹੀਂ ਸੀ ਪੰਜਾਂ ਪਿਆਰਿਆਂ 'ਚ, ਇੱਦਾਂ ਹੋ ਸਕਦਾ। ਪਰ ਫਿਰ ਕਵੀ ਸੈਨਾਪਤ ਨੇ ਲਿਖਣਾ ਨਹੀਂ ਸੀ, ਫਿਰ ਤਾਂ ਉਹ ਕਾਣਾ ਹੋ ਜਾਣਾ ਸੀ ਨਾ, ਮਤਲਬ ਤੂੰ ਕਿਉਂ ਨਹੀਂ ਸੀ ਉੱਥੇ। ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਕਹਾਣੀਆਂ ਨੇ ਇਹ ਸਾਨੂੰ ਗੁੰਮਰਾਹ ਕੀਤਾ ਹੋਇਆ। ਸਮਕਾਲੀ ਕਵੀ ਦੀ ਕੋਈ ਗੱਲ ਨਹੀਂ ਮੰਨਦਾ, ਔਰ ਬਾਹਰਲੀਆਂ ਗੱਲਾਂ ਮੰਨ ਕੇ ਅਸੀਂ ਫਿਰ ਦੁਬਾਰਾ ਸੋਚਣਾ ਵੀ ਘਰੋਂ ਬੰਦਾ ਗਿਆ ਹੋਵੇ 6 ਫੁੱਟਾ ਔਰ 2 ਦਿਨ ਬਾਅਦ ਆ ਜਾਏ 5 ਫੁੱਟਾ ਬਣ ਕੇ, ਘਰ ਵਾਲੇ ਪ੍ਰਮਾਣ ਕਰਨਗੇ, ਉਹਦੀ ਘਰ ਵਾਲੀ ਪ੍ਰਮਾਣ ਕਰੇਗੀ ਵੀ ਮੇਰਾ ਆਦਮੀ ਆ ਤੂੰ। ਹੁਣ ਕਹਿਣਾ ਕੋਈ ਬਹਿਰੂਪੀਆ, ਔਰ ਕੋਈ 5 ਫੁੱਟਾ 5.5 ਫੁੱਟਾ ਗਿਆ ਹੋਵੇ 6.5 ਫੁੱਟਾ ਬਣ ਕੇ ਆ ਜਾਏ। ਇਹ ਕਹਾਣੀ 'ਚ ਲਿਖਿਆ, ਸਿਰ ਜਿਹਦਾ ਮਰਜ਼ੀ ਜੋੜ ਦਿੱਤਾ। ਤੁਹਾਡੇ ਮਨ ਨੂੰ, ਦਿਲ ਨੂੰ ਅਪੀਲ ਕਰ। ਹਾਂ ਅਗਰ ਤੁਸੀਂ ਕਹੋ ਵੀ ਗੁਰੂ ਕੁਛ ਵੀ ਕਰ ਸਕਦਾ, ਕੁਛ ਵੀ, ਫਿਰ ਉਹ ਮੂਰਖਤਾ ਵਾਲੀਆਂ ਗੱਲਾਂ। ਸਾਡੇ ਸਤਿਗੁਰੂ ਨੇ ਪ੍ਰੈਕਟੀਕਲ ਜੀਵਨ 'ਚ ਸਭ ਕੁਛ ਕੀਤਾ। ਜੇ ਕੁਛ ਵੀ ਕਰ ਸਕਣ ਵਾਲੀ ਗੱਲ ਹੁੰਦੀ, ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਨਾ ਕਰਦੇ। ਕੁਛ ਵੀ ਕਰ ਸਕਣ ਵਾਲੀ ਗੱਲ ਹੁੰਦੀ ਤਾਂ ਸਾਹਿਬਜ਼ਾਦੇ 7 ਤੇ 9 ਸਾਲ ਦੇ ਸ਼ਹੀਦ ਨਾ ਹੁੰਦੇ। ਇੱਦਾਂ ਦੀਆਂ ਗੱਲਾਂ ਨਾ ਕਰੋ। ਕੁਛ ਸਾਡਾ ਸਤਿਗੁਰੂ ਯੋਧਾ ਸੀ, ਉਹ ਅਗਾਂਹ ਦੀ ਸੋਚ ਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਉਹਨਾਂ ਨੇ ਅਗਾਂਹ ਦੀ ਸੋਚ ਕੇ ਕੀਤਾ। ਇੱਥੇ ਰਹੋ ਤਾਂ ਸਾਰੇ ਮਾਰੇ ਜਾਵਾਂਗੇ, ਸ਼ਹੀਦ ਹੋ ਜਾਵਾਂਗੇ, ਛੱਡ ਦਾਂਗੇ। ਔਰ ਛੱਡਣ ਦਾ ਫਾਇਦਾ ਹੋਇਆ। ਬੰਦਾ ਸਿੰਘ ਬਹਾਦਰ ਜਿਹਾ ਯੋਧਾ ਪੈਦਾ ਹੋਇਆ, ਜਿਸ ਨੇ ਅੱਗੋਂ ਖਾਲਸਾ ਪੰਥ, ਖਾਲਸਾ ਰਾਜ ਦੀ ਨੀਂਹ ਰੱਖੀ। ਸੋ ਇਹ ਗੁਰੂ ਸਾਡਾ ਦੂਰਦਰਸ਼ੀ ਸੀ, ਔਰ ਮੁਸੀਬਤਾਂ ਨੂੰ ਝੱਲਦਾ ਸੀ, ਮੱਥਾ ਲਾਉਂਦਾ ਸੀ, ਜਵਾਬ ਦਿੰਦਾ ਸੀ ਸਾਡੇ ਸਤਿਗੁਰੂ। ਪਰ ਮੌਕਾ ਵਿਚਾਰਦੇ ਸਨ, ਸਮਝ ਸੂਝ ਤੋਂ ਕੰਮ ਲੈਂਦੇ ਸਨ। ਇਹੋ ਜਿਹੇ ਚਲਿੱਤਰ ਪਖੰਡ ਸਿਰ ਵੱਢ ਕੇ ਜੋੜ ਦੇਣੇ, ਇਹ ਵੀ ਜਾਦੂਗਰੀ ਨਹੀਂ ਆ। ਇਹ ਕੀ ਹੈ? ਉਹ ਪਤਾ ਕਹਾਣੀ ਕਿਉਂ ਬਣਾਉਂਦੇ ਆ ਵੀ ਸਤਿਗੁਰੂ ਜੀ ਜੋ ਕਹਿੰਦੇ ਸਨ ਉਹ ਕਰਦੇ ਸਨ। ਬਈ ਮੰਨ ਲਓ ਅਭੀ ਕਵੀ ਸੈਨਾਪਤ ਦੀ ਵੀ ਨਹੀਂ ਮੰਨਦੇ, ਮੰਨ ਲੈਂਦੇ ਆ। ਗੁਰੂ ਸਾਹਿਬ ਨੇ ਸਿੱਖਾਂ ਦੀ ਪਰਖ ਕੀਤੀ। ਉਹਨਾਂ ਨੇ ਕਿਹਾ ਵੀ ਇੱਕ ਸਿਰ ਦੀ ਲੋੜ ਹੈ, ਇੱਕ ਬੰਦੇ ਦੀ ਲੋੜ ਹੈ, ਜਿਹੜਾ ਕੁਰਬਾਨੀ ਲਈ ਤਿਆਰ ਹੈ। ਦਇਆ ਸਿੰਘ ਚਲਾ ਗਿਆ, ਉਹਨੇ ਇਹ ਥੋੜ੍ਹੀ ਕਿਹਾ ਮੈਂ ਸਿਰ ਵੱਢਣਾ, ਸਿਰ ਦੀ ਲੋੜ ਹੈ ਨਾ, ਉਹ ਚਲਾ ਗਿਆ, ਉਹਨੇ ਰੱਖ ਲਿਆ ਵੀ ਆ ਜਾਓ, ਆਪਾਂ ਜਦੋਂ ਲੋੜ ਹੋਈ ਵਰਤ ਲਾਂਗੇ, ਆ ਜਾਓ। ਫਿਰ ਦੂਜਾ ਮੰਗਿਆ, ਤੀਜਾ ਮੰਗਿਆ, ਚੌਥਾ ਮੰਗਿਆ। ਬਿਲਕੁਲ ਉਹਨੇ ਟੈਸਟ ਕਰਨਾ ਸੀ ਵੀ ਜਿੱਦਾਂ ਆਪਾਂ ਦਾਲ ਦੇ ਵਿੱਚੋਂ ਇੱਕ ਦਾਣਾ ਕੱਢਦੇ ਹਾਂ, ਉਹ ਜੇ ਪੱਕਾ ਜਾਂ ਕੱਚਾ ਫਿਰ ਦੂਜਾ ਕੱਢਦੇ, 3 4 5 ਕੱਢਦੇ ਹਾਂ, ਸਾਰੀ ਦਾਲ ਥੋੜ੍ਹੀ ਲੱਭੀ ਦੀ ਆ। ਉਹਨਾਂ ਟੈਸਟ ਕਰਨਾ ਸੀ ਇਹ ਖਾਲਸਾ ਤਿਆਰ ਹੈ। ਖਾਲਸਾ ਤਿਆਰ ਸੀ, 100/100 ਨੰਬਰ। ਉਹ ਕਹਿੰਦੇ ਸਿੰਘ ਡਰ ਗਏ, ਸਨਾਟਾ ਛਾ ਗਿਆ, ਫਲਾਨਾ ਹੋ ਗਿਆ। ਭਾਈ ਪਹਿਲੀ ਗੱਲ ਤਾਂ ਗੁਰੂ ਸਾਹਿਬ ਨੇ ਕੋਈ ਕਤਲ ਨਹੀਂ ਕੀਤਾ ਉੱਥੇ। ਦੂਜੀ ਗੱਲ ਕੋਈ ਸਨਾਟਾ ਨਹੀਂ ਛਾਇਆ। ਗੁਰੂ ਸਾਹਿਬ ਨੇ ਜਿਹੜਾ ਇਮਤਿਹਾਨ ਪਾਇਆ, ਖਾਲਸਾ ਸਿੱਖ, ਗੁਰੂ ਨਾਨਕ ਨਾਮ ਲੇਵਾ ਸਿੱਖ 100/100 ਨੰਬਰ ਲੈ ਕੇ ਪਾਸ ਹੋਇਆ। 5 ਸਿੱਖਾਂ ਦੇ ਸਿਰ ਮੰਗੇ, 5 ਸਿੱਖ ਹਾਜ਼ਰ ਹੋ ਗਏ। ਗੁਰੂ ਨੇ ਸਿਰ ਵੱਡੇ ਨਹੀਂ ਵੱਡੇ, ਗੁਰੂ ਦੀ ਮਰਜ਼ੀ ਹੈ, ਪਰ ਉਹਨਾਂ ਨੇ ਕੁਰਬਾਨੀ ਲਈ ਤਿਆਰ ਹੋਣ ਲਈ ਕਿਹਾ ਸੀ। ਉਹ 5 ਤਿਆਰ ਪਹੁੰਚ ਗਏ। ਜੇ ਹੋਰ ਮੰਗਦੇ ਹੋਰ ਵੀ ਪਹੁੰਚ ਜਾਂਦੇ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਇਹ ਮੈਂ ਤਾਂ ਗੱਲ ਸੁਣਾ ਰਿਹਾ ਭਾਈ ਸਿੱਖੋ, ਇਹ ਸਟੇਜਾਂ ਤੋਂ ਆਹ ਕੁਝ ਤੁਹਾਨੂੰ ਇੱਕ ਮੁਸਲਮਾਨ ਕਵੀ ਦਾ ਨਾਂ ਲੈ ਕੇ ਬਹੁਤ ਕੁਝ ਸੁਣਾਇਆ ਜਾਂਦਾ। ਹੁਣ ਆ ਜਿਹੜੇ ਸਵਾਲ ਮੈਂ ਰੇਜ਼ ਕੀਤੇ ਨਾ, ਖੜੇ ਕੀਤੇ ਆ, ਇਹ ਸਾਰੇ ਸਵਾਲ ਤੁਸੀਂ ਉਹਨਾਂ ਨੂੰ ਪੁੱਛਣਾ। ਉਹਨਾਂ ਨੂੰ ਇਹ ਪੁੱਛਣਾ ਵੀ ਗੁਰੂ ਸਾਹਿਬ ਜਿਸ ਦਿਨ ਇਸ ਨੂੰ ਅੰਮ੍ਰਿਤ ਛਕਾਉਣ ਲੱਗੇ, ਉਸ ਵੇਲੇ ਤਾਂ ਉਹ ਪਛਾਣ ਗਏ, ਪਹਿਲਾਂ ਨਹੀਂ ਪਛਾਣਿਆ। 1.5 ਸਾਲ ਉੱਥੇ ਜਸੂਸੀ ਕਰਦਾ ਰਿਹਾ। ਫਿਰ ਤਾਂ ਕਮਾਲ ਹੈ ਨਾ ਵੀ ਗੁਰੂ ਸਾਹਿਬ ਨੂੰ ਸਭ ਪਛਾਣ ਕੇ ਚੋਪੇ ਦਾ ਮਤਲਬ ਘਰ ਉਜਾੜਨਾ ਚਾਹੁੰਦੇ ਸਨ। ਇਹ ਗੱਲਾਂ ਸਾਰੀਆਂ ਨੁਕਤੇ ਦੀਆਂ। ਸੋ ਆਓ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ। ਉਹੀ ਬੇਨਤੀ ਜੋ ਮੈਂ ਬਾਰ-ਬਾਰ ਕਰਿਆ ਕਰਦਾ ਵੀ ਜੇ ਖੋਜ ਦਾ ਕਾਰਜ ਚੰਗਾ ਲੱਗਦਾ, ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ।
ਵੀਡੀਓ ਨੂੰ ਸਾਂਝਾ ਕਰੋ, ਪਸੰਦ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।